ਸ੍ਰੀ ਵਾਹਿਗੁਰੂ ਸਾਹਿਬ ਜੀ। ਗੰਗੂ ਨਾਉ ਸਹਿਗਲਾ, ਰਾਮਾ ਧਰਮਾ ਉਦਾ ਭਾਈ। ਜੱਟੂ ਭੱਟੂ ਵੇਤਿਆ, ਫਿਰਣਾ ਸੂਦ ਵੱਡਾ ਸਤ ਭਾਈ। ਭੋਲੂ ਜੱਟੂ ਜਾਣੀਅਨ, ਸਨਮੁਖ ਤੇ ਵਾੜੀ ਸੁਖਦਾਈ। ਡੱਲਾ ਭਾਗੀ ਭਗਤ ਹੈ, ਜਾਪੂ ਨਿਵਲਾ ਗੁਰ ਸਰਣਾਈ। ਮੂਲਾ ਸੂਜਾ ਧਾਵਣੇ, ਚੰਦੂ ਚੌਜੜ ਸੇਵਕ ਮਾਈ। ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ ਧਿਆਈ। ਗੁਰਮੁਖ ਬਿਸਨੂ ਬੀਬੜਾ, ਮਾਛੀ ਸੁੰਦਰ ਗੁਰਮਤਿ ਪਾਈ। ਸਾਧ ਸੰਗਤ ਵੱਡੀ ਵਡਿਆਈ, ਸਾਧ ਸੰਗਤ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 11ਵੀਂ ਵਾਰ ਦੀ 19ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 11ਵੀਂ ਵਾਰ ਦੇ ਵਿੱਚ ਆਤਮ ਗਿਆਨੀ ਤਤ ਬੇਤੇ ਗੁਰਮੁਖ ਸਿੱਖਾਂ ਦਾ ਜ਼ਿਕਰ ਕਰਦੇ ਹੈ, ਜਿਨ੍ਹਾਂ ਨੇ ਸਤਿਗੁਰੂ ਤੋਂ ਸਿੱਖੀ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਸੋ ਪੰਚਮ ਪਾਤਸ਼ਾਹ ਜੀ ਦੇ ਸਿੱਖਾਂ ਦਾ ਕੱਲ੍ਹ ਜ਼ਿਕਰ ਕੀਤਾ ਸੀ। ਹੁਣ ਅੱਗੇ ਹੋਰ ਸਿੱਖਾਂ ਦਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ। ਇਹ ਵੀ ਜੋ 19ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ, ਇਹ ਵੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਹੋਏ ਹੈ, ਜਿਨ੍ਹਾਂ ਨੇ ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ ਔਰ ਮਹਾਰਾਜ ਦੇ ਦਿੱਤੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਆਪ ਨੂੰ ਸੰਸਾਰ ਭੋਜਲ ਤੋਂ ਤਾਰਿਆ। ਸਤਨਾਮ ਵਾਹਿਗੁਰੂ ਜੀ। ਗੰਗੂ ਨਾਉ ਸਹਿਗਲਾ, ਰਾਮਾ ਧਰਮਾ ਉਦਾ ਭਾਈ। ਗੁਰਸਿੱਖਾਂ ਨੇ ਬੇਨਤੀ ਕੀਤੀ, ਭਾਈ ਗੁਰਦਾਸ ਸਾਹਿਬ ਜੀ, ਤੁਹਾਡੀ ਯਾਦ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਸਿੱਖਾਂ ਦੇ ਨਾਮ ਹੋਣਗੇ, ਕਿਰਪਾ ਕਰਕੇ ਸਾਨੂੰ ਉਹਨਾਂ ਸਿੱਖਾਂ ਦੇ ਨਾਮ ਹੀ ਸੁਣਾਓ। ਤਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕਰਦੇ ਹੈ। ਗੰਗੂ ਨਾਉ ਸਹਿਗਲਾ, ਸਹਿਗਲ ਜਾਤ ਹੈ। ਸਹਿਗਲ ਜਾਤ ਦੇ ਭਾਈ ਗੰਗੂ ਤੇ ਭਾਈ ਨਾਊ, ਇਹ ਦੋ ਗੁਰੂ ਕੇ ਪਿਆਰੇ ਸਿੱਖ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ।
ਰਾਮਾ ਧਰਮਾ ਉੱਦਾ ਭਾਈ। ਇਸੇ ਤਰ੍ਹਾਂ ਭਾਈ ਰਾਮਾ, ਭਾਈ ਧਰਮਾ ਅਤੇ ਭਾਈ ਉੱਦਾ, ਇਹ ਤਿੰਨੇ ਆਪਸ ਵਿੱਚ ਭਰਾ ਸਨ। ਇਹਨਾਂ ਨੇ ਵੀ ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ। ਜੱਟੂ ਪੱਟੂ ਵੇਤਿਆ, ਫਿਰਣਾ ਸੂਦ ਵੱਡਾ ਸਤ ਭਾਈ। ਭਾਈ ਜੱਟੂ, ਭਾਈ ਪੱਟੂ ਅਤੇ ਭਾਈ ਫਿਰਣਾ ਸੂਦ, ਇਹ ਤਤ ਵੇਤੇ ਗੁਰਮੁਖ ਪਿਆਰੇ ਹੋਏ ਹੈ ਔਰ ਬਹੁਤ ਹੀ ਪ੍ਰੇਮਾ ਭਗਤੀ ਵਾਲੇ ਹੋਏ ਹੈ। ਜੱਟੂ ਪੱਟੂ ਵੇਤਿਆ, ਪਾਠੰਤਰ ਵੰਤਿਆਂ ਵੀ ਆਉਂਦਾ ਹੈ ਵੇਤਿਆ ਦੀ ਥਾਂ 'ਤੇ। ਭਾਈ ਜੱਟੂ ਅਤੇ ਭਾਈ ਪੱਟੂ ਤਤ ਵੇਤੇ ਇਹ ਗੁਰਮੁਖ ਸਿੱਖ ਹੋਏ ਹੈ। ਤਤ ਵੇਤੇ ਕਹਿੰਦੇ ਆ ਜਿਹੜੇ ਸੱਚ ਅਤੇ ਝੂਠ ਨੂੰ ਪਹਿਚਾਣ ਕੇ ਸੱਚ ਨੂੰ ਗ੍ਰਹਿਣ ਕਰਨ ਵਾਲੇ, ਝੂਠ ਦਾ ਤਿਆਗ ਕਰਨ ਵਾਲੇ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਇਹ ਗੁਰਮੁਖ ਪਿਆਰੇ ਹੋਏ ਹੈ। ਫਿਰਣਾ ਸੂਦ ਵੱਡਾ ਸਤ ਭਾਈ। ਭਾਈ ਫਿਰਣਾ ਇਹ ਸੂਦ ਜਾਤੀ ਦੇ ਸਨ। ਸਤਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਨ ਵਾਲੇ ਸਨ। ਸਤ ਭਾਈ ਭਾਵ ਹਿਰਦੇ ਵਿੱਚ ਸੱਚਾ ਭਾਵ ਸੀ, ਪ੍ਰੇਮ ਸੀ, ਪ੍ਰੇਮਾ ਭਗਤੀ ਵਾਲੇ ਸਨ। ਭੋਲੂ ਪੱਟੂ ਜਾਣੀਆਂ, ਸਨਮੁਖ ਤੇ ਵਾੜੀ ਸੁਖਦਾਈ। ਭਾਈ ਭੋਲੂ ਅਤੇ ਭਾਈ ਪੱਟੂ ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸਿੱਖ ਜਾਣੇ ਜਾਂਦੇ ਹੈ। ਅਤੇ ਭਾਈ ਤਿਵਾੜੀ ਇਹ ਬ੍ਰਾਹਮਣ ਜਾਤੀ ਦੇ ਸਨ ਔਰ ਮਹਾਰਾਜ ਦੇ ਸਨਮੁਖ ਸਿੱਖ ਹੋਏ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜੁਨ ਦੇਵ ਜੀ ਦੇ ਹਜ਼ੂਰ ਭਾਈ ਤਿਵਾੜੀ ਇਹ ਕਥਾ ਕਰਿਆ ਕਰਦੇ ਸਨ ਅਤੇ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਇਹਨਾਂ 'ਤੇ ਪ੍ਰਸੰਨ ਸਨ। ਗੁਰੂ ਕੇ ਸਿੱਖਾਂ ਨੂੰ ਸ਼ਬਦ ਦੀ ਵਿਚਾਰ ਸਰਵਣ ਕਰਵਾਇਆ ਕਰਦੇ ਸਨ। ਵਿਦਵਾਨ ਸਨ ਭਾਈ ਤਿਵਾੜੀ। ਸੋ ਇਸ ਤਰ੍ਹਾਂ ਇਹ ਸੁਖਦਾਈ, ਹੋਰਾਂ ਨੂੰ ਸੁਖ ਦੇਣ ਵਾਲੇ ਹੋਏ ਹੈ। ਡੱਲਾ ਭਾਗੀ ਭਗਤ ਹੈ, ਜਾਪੂ ਨਿਵਲਾ ਗੁਰ ਸਰਣਾਈ। ਭਾਈ ਡੱਲਾ ਭਾਗੀ ਇਹ ਸਤਿਗੁਰੂ ਦਾ ਪਿਆਰਾ ਭਗਤ ਹੈ, ਗੁਰੂ ਅਰਜੁਨ ਦੇਵ ਜੀ ਦਾ। ਇਸੇ ਤਰ੍ਹਾਂ ਭਾਈ ਜਾਪੂ ਅਤੇ ਭਾਈ ਨਿਵਲਾ ਇਹ ਵੀ ਮਹਾਰਾਜ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿੰਦੇ ਸੀ। ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚੋਂ ਹੀ ਸਿੱਖੀ ਪ੍ਰਾਪਤ ਕੀਤੀ ਔਰ ਆਪਣੇ ਜੀਵਨ ਨੂੰ ਸਫਲ ਬਣਾਇਆ। ਮੂਲਾ ਸੂਜਾ ਧਾਵਣੇ, ਚੰਦੂ ਚੌਜੜ ਸੇਵ ਕਮਾਈ। ਭਾਈ ਮੂਲਾ ਅਤੇ ਭਾਈ ਸੂਜਾ ਇਹ ਦੋ ਜਿਹੜੇ ਗੁਰੂ ਕੇ ਪਿਆਰੇ ਸਿੱਖ ਨੇ, ਇਹ ਧਾਵਣ ਜਾਤੀ ਦੇ ਸਨ। ਭਾਈ ਚੰਦੂ ਇਹ ਚੌਜੜ ਸੀ ਅਤੇ ਇਹਨਾਂ ਸਾਰੇ ਹੀ ਸਿੱਖਾਂ ਨੇ ਸਤਿਗੁਰੂ ਦੀ ਸੇਵਾ ਕਮਾਈ ਹੈ। ਮਹਾਰਾਜ ਦਾ ਉਪਦੇਸ਼, ਸੇਵਾ ਦੇ ਵਰਤਾਏ ਇਹਨਾਂ ਨੇ ਕਮਾਇਆ। ਸਤਿਗੁਰੂ ਨੇ ਕਿਹਾ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਕਰਿਆ ਕਰੋ। ਅਤੇ ਸੇਵਾ ਦੇ ਨਾਲ ਕੀ ਨਹੀਂ ਮਿਲਦਾ? ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਕੀ ਨਹੀਂ ਲੱਭਦਾ? ਹਰ ਕੁਝ ਪ੍ਰਾਪਤ ਹੁੰਦਾ ਜੇ ਕੋਈ ਭਾਵਨਾ ਦੇ ਨਾਲ ਸੇਵਾ ਕਰਦਾ ਹੈ। ਸੋ ਇਹਨਾਂ ਨੇ ਸਤਿਗੁਰੂ ਦੀ ਸੇਵਾ ਕੀਤੀ। ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ ਧਿਆਈ। ਭਾਈ ਰਾਮਦਾਸ ਇਹ ਗੁਰੂ ਰਾਮਦਾਸ ਨਾ ਸਮਝ ਲਿਓ, ਇਹ ਸਿੱਖ ਦਾ ਨਾਮ ਹੈ। ਭਾਈ ਰਾਮਦਾਸ ਇਹ ਸਤਿਗੁਰੂ ਦਾ ਭੰਡਾਰੀਆ ਸੀ, ਗੁਰੂ ਅਰਜੁਨ ਦੇਵ ਮਹਾਰਾਜ ਦਾ ਰਸੋਈਆ ਲਾਂਗਰੀ ਸੀ। ਭਾਈ ਬਾਲਾ ਅਤੇ ਭਾਈ ਸਾਈਂ ਦਾਸ ਇਹਨਾਂ ਨੇ ਪ੍ਰਮਾਤਮਾ ਦੀ ਅਰਾਧਨਾ ਕੀਤੀ ਔਰ ਗੁਰੂ ਦੇ ਵਿੱਚ ਹੀ ਲੀਨ ਹੋ ਗਏ। ਬਾਲਾ ਸਾਈਂ ਦਾਸ ਧਿਆਈ। ਭਾਈ ਬਾਲਾ ਭਾਈ ਸਾਈਂ ਦਾਸ ਇਹ ਪਰਮਾਤਮਾ ਨੂੰ ਧਿਆਉਣ ਵਾਲੇ, ਸਿਮਰਨ ਵਾਲੇ ਹੋਏ ਹੈ। ਗੁਰਮੁਖ ਵਿਸ਼ਨੂੰ ਬੀਬੜਾ, ਮਾਛੀ ਸੁੰਦਰ ਗੁਰਮਤਿ ਪਾਈ। ਇਸੇ ਤਰ੍ਹਾਂ ਭਾਈ ਵਿਸ਼ਨੂੰ ਇਹ ਬੀਬੜਾ ਗੋਤ ਦਾ ਹੋਇਆ ਹੈ, ਅਰੋੜਿਆਂ ਦਾ ਇੱਕ ਗੋਤ ਹੈ।
ਭਾਈ ਵਿਸ਼ਨੂੰ ਬੀਬੜਾ ਤੇ ਸੁੰਦਰ ਮਾਛੀ ਇਹ ਵੱਡੇ ਗੁਰਮੁਖ ਸਨ। ਗੁਰਮਤਿ ਪਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰਮਤਿ ਪ੍ਰਾਪਤ ਕੀਤੀ। ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਇਹਨਾਂ ਦੋਵਾਂ ਗੁਰਸਿੱਖਾਂ ਨੇ ਪ੍ਰਾਪਤ ਕੀਤੀ। ਸਾਧ ਸੰਗਤ ਵੱਡੀ ਵਡਿਆਈ। ਸੋ ਇਸ ਤਰ੍ਹਾਂ ਦੀ ਸਾਧ ਸੰਗਤ ਦੀ ਵਡਿਆਈ ਬਹੁਤ ਵੱਡੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ 19ਵੀਂ ਪੌੜੀ ਦੇ ਵਿੱਚ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹੋਏ ਹੈ। ਸੋ ਇਸ 19ਵੀਂ ਪੌੜੀ ਦੇ ਵਿੱਚ 21 ਭਗਤ 21 ਗੁਰਸਿੱਖ ਭਾਈ ਗੁਰਦਾਸ ਜੀ ਨੇ ਲਿਖੇ ਹੈ। ਇਹ ਸਾਰੇ ਹੀ ਸਤਿਗੁਰੂ ਦੇ ਪ੍ਰੇਮੀ ਹੋਏ ਹੈ। ਅਤੇ ਜਿਹੜਾ ਭਾਈ ਸੁੰਦਰ ਮਾਛੀ ਸੀ, ਇਹ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦਾ ਸੀ। ਬਾਹਰ ਜੰਗਲ ਵਿੱਚ ਜਾਣਾ ਅਤੇ ਸੁੱਕੀਆਂ ਲੱਕੜਾਂ ਲੈ ਕੇ ਆਉਣੀਆਂ ਗੁਰੂ ਕੇ ਲੰਗਰ ਵਾਸਤੇ। ਸੋ ਇਸ ਤਰ੍ਹਾਂ ਟਹਿਲ ਕਰਦਿਆਂ ਹੋਇਆਂ ਇਹਦਾ ਉਧਾਰ ਹੋਇਆ। ਹੋਰ ਵੀ ਸਾਰੇ ਜਿਹੜੇ ਗੁਰਸਿੱਖ ਨੇ, ਮਹਾਰਾਜ ਜਿਵੇਂ ਜਿਵੇਂ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ, ਸੇਵਾ ਸਿਮਰਨ ਵਾਸਤੇ ਗੁਰਸਿੱਖ ਸੇਵਾ ਸਿਮਰਨ ਦੇ ਵਿੱਚ ਲੀਨ ਹੁੰਦੇ। ਗੱਲ ਕੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜੋ ਵੀ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ, ਸਤਿਗੁਰੂ ਉਸ ਨੂੰ ਆਪਣੇ ਕੰਠ ਲਾਉਂਦੇ, ਚਰਨਾਂ ਦੀ ਸ਼ਰਨ ਵਿੱਚ ਰੱਖਦੇ ਔਰ ਉਪਦੇਸ਼ ਦੇ ਕੇ ਉਸ ਨੂੰ ਨਿਹਾਲ ਕਰਦੇ। ਸੋ ਹੁਣ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਸਾਨੂੰ ਕੁਝ ਹੋਰ ਵੀ ਗੁਰਸਿੱਖਾਂ ਦੇ ਨਾਂ ਜਿਹੜੇ ਤੁਹਾਨੂੰ ਚੇਤੇ ਹੈ, ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ। ਹੋਰ ਸਿੱਖਾਂ ਦੇ ਹੋਰ ਨਾਮ ਅਗਲੀ 20ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਹੈ। ਜੱਟੂ ਭਾਨੂ ਤੀਰਥਾ, ਚਾਏ ਚਈਲੇ ਚੱਡੇ ਚਾਰੇ, ਸਣੇ ਨਿਹਾਲੇ ਜਾਣੀਅਨ, ਸਨਮੁਖ ਸੇਵਕ ਗੁਰੂ ਪਿਆਰੇ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖੋ ਸੁਣਨਾ ਕਰੋ। ਭਾਈ ਜੱਟੂ, ਭਾਈ ਭਾਨੂ, ਭਾਈ ਤੀਰਥਾ ਅਤੇ ਭਾਈ ਨਿਹਾਲਾ, ਇਹ ਚਾਰੇ ਚੱਡੇ ਜਾਤ ਦੇ ਸਨ ਅਤੇ ਬਹੁਤ ਹੀ ਇਹ ਗੁਰਮੁਖ ਸਨ, ਸਤਿਗੁਰੂ ਦੇ ਸਨਮੁਖ ਰਹਿਣ ਵਾਲੇ। ਚਾਓ ਚਾਈਲੇ ਦਾ ਮਤਲਬ ਉਤਸ਼ਾਹ ਵਾਲੇ ਸੀ। ਇਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਸੀ, ਸੇਵਾ ਕਰੀਏ, ਸਿਮਰਨ ਕਰੀਏ, ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਈਏ। ਸੋ ਇਸ ਤਰ੍ਹਾਂ ਚਾਓ ਵਾਲੇ, ਸੇਵਾ ਭਾਵਨਾ ਵਾਲੇ ਗੁਰਸਿੱਖ ਪਿਆਰੇ ਸਨ ਚਾਰੇ ਹੀ। ਸੇਖੜ ਸਾਧ ਵਖਾਣੀ ਹੈ, ਨਾਊ ਭੁੱਲੂ ਸਿੱਖ ਸੁਚਾਰੇ। ਭਾਈ ਨਾਊ ਅਤੇ ਭਾਈ ਭੁੱਲੂ ਇਹ ਸੇਖੜੇ ਸਾਧ ਸਨ। ਸੇਖੜੇ ਵੀ ਇੱਕ ਖੱਤਰੀ ਜਾਤ ਹੈ। ਇਹ ਸੇਖੜ ਸਾਧ ਸਨ ਅਤੇ ਮਹਾਰਾਜ ਦੀ ਫਿਰ ਇਹਨਾਂ ਨੇ ਸਿੱਖੀ ਧਾਰਨ ਕੀਤੀ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਬਣੇ। ਚੰਗੇ ਆਦਰ ਸਤਿਕਾਰ ਵਾਲੇ ਅਤੇ ਉੱਚੇ ਸੁੱਚੇ ਜੀਵਨ ਵਾਲੇ ਇਹ ਗੁਰਸਿੱਖ ਬਣੇ। ਜੱਟੂ ਭੀਵਾ ਜਾਣੀਅਨ, ਮਹਾਂਪੁਰਖ ਮੂਲਾ ਪਰਵਾਰੇ। ਭਾਈ ਜੱਟੂ ਅਤੇ ਭਾਈ ਭੀਵਾ ਇਹ ਚੰਗੇ ਗੁਰਸਿੱਖ ਜਾਣੇ ਜਾਂਦੇ ਸਨ। ਮਹਾਂਪੁਰਖ ਮੂਲਾ ਪਰਵਾਰੇ, ਅਤੇ ਭਾਈ ਮੂਲਾ ਇਹ ਵੱਡੇ ਮਹਾਂਪੁਰਖ ਹੋਏ ਹੈ, ਪਰਿਵਾਰ ਵਾਲੇ। ਜਿੱਥੇ ਇਹ ਆਪ ਗੁਰਸਿੱਖ, ਉੱਥੇ ਇਹਨਾਂ ਦਾ ਪਰਿਵਾਰ ਸਾਰੇ ਨੇ ਗੁਰਸਿੱਖੀ ਧਾਰਨ ਕੀਤੀ। ਸੋ ਇਹ ਵੀ ਸਤਿਗੁਰੂ ਦੇ ਪਿਆਰੇ ਸਿੱਖ ਹਨ। ਚਤੁਰਦਾਸ ਮੂਲਾ ਕਪੂਰ, ਹਾੜੂ ਗਾੜੂ ਵਿੱਚ ਵਿਚਾਰੇ। ਭਾਈ ਚਤੁਰਦਾਸ ਅਤੇ ਭਾਈ ਮੂਲਾ ਇਹ ਕਪੂਰ ਜਾਤੀ ਦੇ ਸਨ। ਇਹ ਵੀ ਕਪੂਰ ਇੱਕ ਖੱਤਰੀ ਗੋਤ ਹੈ। ਇਹਨਾਂ ਨੇ ਵੀ ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ। ਭਾਈ ਹਾੜੂ ਅਤੇ ਭਾਈ ਗਾੜੂ ਇਹ ਵਿੱਜ ਜਾਤੀ ਦੇ ਬਹੁਤ ਹੀ ਵਿਚਾਰਵਾਨ ਸਿੱਖ ਸਨ। ਬੜੇ ਉੱਚੇ ਸੁੱਚੇ ਇਹਨਾਂ ਦੇ ਵਿਚਾਰ ਸੀ, ਸਿੱਖੀ ਵਿਚਾਰਾਂ ਵਾਲੇ, ਗੁਰਸ਼ਬਦ ਦੀ ਵਿਚਾਰ ਕਰਨ ਵਾਲੇ ਇਹ ਦੋਵੇਂ ਸਿੱਖ ਹੋਏ ਹੈ। ਫਿਰਣਾ ਬਹਿਲ ਵਖਾਣੀ ਹੈ, ਜੇਠਾ ਚੰਗਾ ਕੁਲ ਨਿਸਤਾਰੇ। ਭਾਈ ਫਿਰਣਾ ਇਹ ਬਹਿਲ ਜਾਤੀ ਦੇ ਸਨ। ਜੇਠਾ ਚੰਗਾ ਕੁਲ ਨਿਸਤਾਰੇ, ਅਤੇ ਭਾਈ ਜੇਠਾ ਜੀ
ਇਹ ਚੰਗੇ ਕਰਮ ਕਰਕੇ ਆਪਣੀ ਕੁਲ ਨੂੰ ਤਾਰਨ ਵਾਲੇ ਹੋਏ ਹੈ। ਭਾਈ ਜੇਠਾ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਹੁਤ ਪਿਆਰੇ ਸਿੱਖ ਹਨ। ਜਦੋਂ ਮਹਾਰਾਜ ਜੀ ਲਾਹੌਰ ਗਏ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ, ਉਦੋਂ ਇਹ ਨਾਲ ਹੀ ਗਏ ਹੈ ਭਾਈ ਜੇਠਾ ਜੀ। ਸੋ ਬਾਅਦ ਵਿੱਚ ਵਾਪਸ ਆਏ ਸਨ। ਚੰਗੀ ਕੁਲ ਵਾਲੇ, ਆਪਣੀ ਕੁਲ ਨੂੰ ਨਿਸਤਾਰਨ ਵਾਲੇ ਹੋਏ ਹੈ। ਵਿਸਾ ਗੋਪੀ ਤੁਲਸੀਆ, ਭਾਰਦੁਆਜੀ ਸਨਮੁਖ ਸਾਰੇ। ਭਾਈ ਵਿਸਾ, ਭਾਈ ਗੋਪੀ ਤੇ ਭਾਈ ਤੁਲਸੀਆ, ਇਹ ਭਾਰਦੁਆਜੀ ਬ੍ਰਾਹਮਣ ਜਾਤੀ ਦੇ ਸਨ। ਬ੍ਰਾਹਮਣਾਂ ਦੇ ਵਿੱਚੋਂ ਭਾਰਦੁਆਜੀ ਸਨ, ਸਨਮੁਖ ਸਾਰੇ। ਭਾਈ ਵਿਸਾ, ਭਾਈ ਗੋਪੀ ਤੇ ਭਾਈ ਤੁਲਸੀਆ, ਇਹ ਸਾਰੇ ਹੀ ਮਹਾਰਾਜ ਦੇ ਸਨਮੁਖ ਸਿੱਖ ਸੀ। ਸਾਰੇ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਤੇ ਸਿੱਖੀ ਕਮਾਉਣ ਵਾਲੇ ਹੈ। ਵੱਡਾ ਭਗਤ ਹੈ ਭਾਈ ਆੜਾ, ਗੋਇੰਦ ਘੇਈ ਗੁਰੂ ਦੁਆਰੇ। ਭਾਈ ਗੋਇੰਦ ਘੇਈ, ਇਹ ਤੇ ਇਹਨਾਂ ਦੇ ਬਜ਼ੁਰਗ ਘਿਓ ਵੇਚਣ ਦਾ ਕੰਮ ਕਰਿਆ ਕਰਦੇ ਸਨ, ਜਿੱਥੋਂ ਇਹ ਅੱਲ ਪੈ ਗਈ ਇਹਨਾਂ ਦੀ, ਤੇ ਇਹਨਾਂ ਨੂੰ ਗੋਇੰਦ ਘੇਈ ਕਹਿਣ ਲੱਗ ਪਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਾਈ ਗੋਇੰਦ ਘੇਈ ਇਹ ਗੁਰੂ ਦੇ ਦਰ ਦੇ ਪਿਆਰੇ ਸਿੱਖ ਸਨ, ਵੱਡੇ ਭਗਤ ਸਨ। ਤੇ ਭਾਈ ਅੜਾ ਤੇ ਬਹੁਤ ਹੀ ਮਿਲਾਪੜਾ ਸੁਭਾਅ ਸੀ ਭਾਈ ਗੋਇੰਦ ਘੇਈ ਦਾ। ਸਾਰੇ ਗੁਰਸਿੱਖਾਂ ਨੂੰ ਪ੍ਰੇਮ ਦੇ ਨਾਲ ਮਿਲਿਆ ਕਰਦੇ, ਹਰੇਕ ਨੂੰ ਪ੍ਰਸੰਨ ਚਿੱਤ ਮਿਲਣਾ ਇਹਨਾਂ ਨੇ। ਸਤਿਗੁਰ ਪੂਰੇ ਪਾਰ ਉਤਾਰੇ, ਪੂਰੇ ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਹੀ ਸਿੱਖਾਂ ਨੂੰ ਭੌਜਲ ਤੋਂ ਪਾਰ ਕਰ ਦਿੱਤਾ। ਇਹ ਜਿੰਨੇ ਵੀ ਸਿੱਖਾਂ ਦੇ ਨਾਮ ਇਸ 20ਵੀਂ ਪੌੜੀ ਵਿੱਚ ਗਿਣੇ ਹੈ, ਸੋ ਇਹ ਸਾਰੇ ਆਤਮ ਗਿਆਨੀ ਹੋਏ ਹੈ ਤੇ ਸਾਰਿਆਂ ਨੇ ਹੀ ਸਤਿਗੁਰੂ ਤੋਂ ਸਿੱਖੀ ਧਾਰਨ ਕੀਤੀ। ਮਹਾਰਾਜ ਨੇ ਇਹਨਾਂ ਸਾਰਿਆਂ ਨੂੰ ਸੰਸਾਰ ਤੋਂ ਪਾਰ ਉਤਾਰ ਦਿੱਤਾ। ਹੁਣ ਇਸ ਤੋਂ ਅੱਗੇ 21ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸੁਲਤਾਨਪੁਰ ਦੇ ਕੁਝ ਖਾਸ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਭਾਈ ਸਾਹਿਬ ਜੀ, ਸਾਡੇ ਸੁਣਨ ਦੇ ਵਿੱਚ ਇਹ ਆਉਂਦਾ ਹੈ ਕਿ ਸੁਲਤਾਨਪੁਰ ਦੀ ਸਿੱਖ ਸੰਗਤ ਬਹੁਤ ਹੀ ਜ਼ਿਆਦਾ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਇਆ ਕਰਦੀ ਸੀ, ਹੁਣ ਵੀ ਆਉਂਦੀ ਹੈ, ਤੇ ਤੁਸੀਂ ਕਿਰਪਾ ਕਰਕੇ ਸਾਨੂੰ ਉਹਨਾਂ ਬਾਰੇ ਵੀ ਜਾਣਕਾਰੀ ਦਿਓ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰਸਿੱਖੋ, ਸੁਲਤਾਨਪੁਰ ਦੇ ਸਿੱਖ ਤਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਹਰ ਰੋਜ਼ ਬਹੁਤ ਆਉਂਦੇ ਸੀ, ਆਉਂਦੇ ਹੈ, ਪਰ ਕੁਝ ਸਿੱਖਾਂ ਦੇ ਨਾਮ ਜਿਹੜੇ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਕਾਲੂ ਚਾਊ ਬੰਮੀਆਂ, ਮੂਲੇ ਨੋ ਗੁਰ ਸ਼ਬਦ ਪਿਆਰਾ। ਭਾਈ ਕਾਲੂ ਔਰ ਇਸੇ ਤਰ੍ਹਾਂ ਭਾਈ ਚਾਊ ਤੇ ਭਾਈ ਬੰਮੀਆਂ ਤੇ ਭਾਈ ਮੂਲਾ, ਇਹ ਜਿਹੜੇ ਚਾਰੇ ਗੁਰਸਿੱਖ ਇਹ ਸੁਲਤਾਨਪੁਰ ਦੇ ਹੋਏ। ਇਹਨਾਂ ਨੂੰ ਸਤਿਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਦਾ ਸੀ ਤੇ ਮਹਾਰਾਜ ਦੇ ਸ਼ਬਦ ਦੀ ਕਮਾਈ ਇਹਨਾਂ ਨੇ ਕੀਤੀ। ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾਇਆ ਹੈ। ਹੇਮਾ ਵਿੱਚ ਕਪਾਹੀਆ, ਗੋਬਿੰਦ ਘੇਈ ਗੁਰ ਨਿਸਤਾਰਾ। ਸੋ ਇਹ ਸੁਲਤਾਨਪੁਰ ਦੇ ਸਿੱਖ ਹਨ। ਪਿਛਲੀ ਪੌੜੀ ਦੇ ਵਿੱਚ ਵੀ ਗੋਬਿੰਦ ਘੇਈ ਔਰ ਇੱਥੇ ਵੀ, ਸੋ ਉਹਦੇ ਵਿੱਚ ਸਿੱਖਾਂ ਦੇ ਨਾਂ, ਇੱਥੇ ਸੁਲਤਾਨਪੁਰ ਦੇ ਜਿਹੜੇ ਖਾਸ ਸਿੱਖ ਨੇ, ਇੱਕ ਖਾਸ ਨਗਰ ਦੇ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਹੈ। ਭਾਈ ਹੇਮਾ, ਇਹਨਾਂ ਨੂੰ ਕਪਾਹੀਆ ਕਿਹਾ ਜਾਂਦਾ, ਇਹਨਾਂ ਦੀ ਅੱਲ ਕਪਾਹੀਆ ਪਈ। ਕਪਾਹ ਦਾ ਕੰਮ ਕਰਦੇ ਸੀ, ਕਪਾਹ ਵੇਚਣੀ, ਪਿਤਾ ਦਾਦੇ ਵੀ ਇਹੀ ਕਾਰਜ ਕਰਦੇ ਸੀ, ਇਸ ਲਈ ਇਹਨਾਂ ਦੀ ਅੱਲ ਕਪਾਹੀਆ ਪੈ ਗਈ। ਹੇਮਾ ਵਿੱਚ ਕਪਾਹੀਆ, ਗੁਰਸਿੱਖਾਂ ਦੇ ਵਿੱਚੋਂ, ਸੁਲਤਾਨਪੁਰ ਦੇ ਸਿੱਖਾਂ ਵਿੱਚੋਂ ਭਾਈ ਹੇਮਾ ਕਪਾਹੀਆ ਹੋਏ ਹੈ ਔਰ ਗੋਬਿੰਦ ਘੇਈ ਹੋਏ ਹੈ। ਗੁਰ ਨਿਸਤਾਰਾ, ਗੁਰੂ ਸਾਹਿਬ ਨੇ ਇਹਨਾਂ ਨੂੰ ਸੰਸਾਰ ਤੋਂ ਪਾਰ ਕੀਤਾ ਹੈ। ਭਿੱਖਾ ਟੋਡਾ ਭੱਟ ਦੋਏ,
ਧਾਰੂ ਸੂਦ ਮਹਿਲ ਤਿਸ ਭਾਰਾ, ਭਾਈ ਭਿੱਖਾ ਤੇ ਭਾਈ ਟੋਡਾ। ਇਹ ਦੋਵੇਂ ਭੱਟ ਹੋਏ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੱਟਾਂ ਦੀ ਬਾਣੀ ਪੜ੍ਹਦੇ ਹਾਂ, ਭੱਟਾਂ ਦੇ ਸਵਈਏ, ਭੱਟ ਗੁਰੂ ਸਾਹਿਬ ਦੀ ਸਿਫਤ ਕਰਨ ਵਾਲੇ। ਇਸੇ ਤਰ੍ਹਾਂ ਇਹ ਜਿਹੜੇ ਦੋ ਨੇ, ਭਾਈ ਭਿੱਖਾ ਤੇ ਭਾਈ ਟੋਡਾ, ਇਹ ਦੋ ਭੱਟ ਹੋਏ ਹੈ ਗੁਰੂ ਸਾਹਿਬ ਦੀ ਸਿਫਤ ਕਰਨ ਵਾਲੇ। ਸਤਿਗੁਰੂ ਦੀ ਸਿਫਤ ਦੇ ਵਿੱਚ ਇਹ ਕਾਵ ਰਚਨਾ ਕਰਿਆ ਕਰਦੇ ਸੀ, ਗੁਰਸਿੱਖਾਂ ਨੂੰ ਸੁਣਾਉਂਦੇ ਸੀ, ਗੁਰਸਿੱਖ ਸੁਣ ਕੇ ਪ੍ਰਸੰਨ ਹੁੰਦੇ ਸਨ। ਭਿੱਖਾ ਟੋਡਾ ਭੱਟ ਦੋਏ, ਧਾਰੂ ਸੂਦ ਮਹਿਲ ਤਿਸ ਭਾਰਾ। ਇਸੇ ਤਰ੍ਹਾਂ ਭਾਈ ਧਾਰੂ ਸੂਦ ਜਾਤੀ ਦੇ, ਇਹਨਾਂ ਨੇ ਸਿੱਖੀ ਕਮਾਈ ਤੇ ਸਵਰੂਪ ਮਹਿਲ ਦੀ ਪ੍ਰਾਪਤੀ ਹੋਈ, ਵੱਡੇ ਮਹਿਲ ਵਾਲੇ ਹੋਏ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਸਦਾ ਹੀ ਰਹਿੰਦੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਸਵਰੂਪ ਮਹਿਲ ਦੀ, ਵੱਡੇ ਮਹਿਲ ਦੀ ਇਹਨਾਂ ਨੂੰ ਪ੍ਰਾਪਤੀ ਹੋਈ। ਗੁਰਮੁਖ ਰਾਮੂ ਕੋਹਲੀ, ਨਾਲ ਨਿਹਾਲੂ ਸੇਵਕ ਸਾਰਾ। ਭਾਈ ਰਾਮੂ ਇਹ ਕੋਹਲੀ ਸਨ, ਕੋਹਲੀ ਜਾਤ ਦੇ, ਤੇ ਬੜੇ ਗੁਰਮੁਖ ਹੋਏ ਹੈ। ਇਹਨਾਂ ਦੇ ਨਾਲ ਭਾਈ ਨਿਹਾਲੂ ਗੁਰੂ ਕੇ ਸ੍ਰੇਸ਼ਟ ਸੇਵਕ ਹੋਏ ਹੈ। ਇਹ ਸਾਰੇ ਗੁਰੂ ਕੇ ਪਿਆਰੇ ਸੇਵਕ ਸਨ, ਜਿਹੜੇ ਮਹਾਰਾਜ ਦੇ ਉਪਦੇਸ਼ਾਂ ਨੂੰ ਕਮਾਉਣ ਵਾਲੇ ਸਨ। ਛੱਜੂ ਭੱਲਾ ਜਾਣੀਐ, ਮਾਈ ਦਿੱਤਾ ਸਾਧ ਵਿਚਾਰਾ। ਭਾਈ ਛੱਜੂ ਜੀ ਇਹ ਭੱਲੇ ਸਨ, ਇਹ ਵੀ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਭਾਈ ਮਾਈ ਦਿੱਤਾ ਸਾਧ ਵਿਚਾਰਾ, ਇਹ ਸਾਧੂ ਹਨ, ਉੱਚੇ ਸੁੱਚੇ ਵਿਚਾਰਾਂ ਵਾਲੇ, ਔਰ ਸਤਿਗੁਰੂ ਜੀ ਦੇ ਪਿਆਰੇ ਸਿੱਖ ਹੈ। ਸਿੱਖੀ ਨੂੰ ਕਮਾਇਆ ਇਹਨਾਂ ਨੇ, ਮਨ ਨੂੰ ਸਾਧਿਆ ਹੋਇਆ। ਸੋ ਐਸੇ ਭਾਈ ਮਾਈ ਦਿੱਤਾ ਸਾਧ ਹਨ, ਉੱਚੇ ਵਿਚਾਰਾਂ ਵਾਲੇ। ਤੁਲਸਾ ਵਾਹੁਰਾ ਭਗਤ ਹੈ, ਦਾਮੋਦਰ ਆਕੁਲ ਬਲਿਹਾਰਾ। ਭਾਈ ਤੁਲਸਾ ਵਾਹੁਰਾ ਜਾਤ ਦੇ, ਇਹ ਵੀ ਸਤਿਗੁਰੂ ਦੇ ਪਿਆਰੇ ਸਿੱਖ ਭਗਤ ਹੋਏ ਹੈ। ਦਾਮੋਦਰ ਆਕੁਲ ਬਲਿਹਾਰਾ, ਭਾਈ ਦਮੋਦਰ ਤੇ ਭਾਈ ਆਕੁਲ। ਭਾਈ ਗੁਰਦਾਸ ਜੀ ਕਹਿੰਦੇ ਮੈਂ ਇਹਨਾਂ ਤੋਂ ਬਲਿਹਾਰਾ ਬਲਿਹਾਰ ਜਾਂਦਾ ਹਾਂ, ਕਿਉਂਕਿ ਇਹ ਸਿੱਖ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲੇ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਤੇ ਗੁਰਸਿੱਖੀ ਹੋਰਾਂ ਤਾਈਂ ਪਹੁੰਚਾਉਣ ਵਾਲੇ ਹੋਏ ਹੈ। ਇਸ ਲਈ ਮੈਂ ਇਹਨਾਂ ਪਿਆਰੇ ਸਿੱਖਾਂ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਭਾਨਾ ਆਵਲ ਵਿਗਹਿ ਮਲ, ਬੁੱਧੂ ਸ਼ੀਂਬਾ ਗੁਰ ਦਰਬਾਰਾ। ਇਸੇ ਤਰ੍ਹਾਂ ਭਾਈ ਭਾਨਾ, ਭਾਈ ਆਵਲ ਤੇ ਭਾਈ ਵਿਗਹਾ ਮਲ ਸਤਿਗੁਰੂ ਦੇ ਇਹ ਪਿਆਰੇ ਸਿੱਖ ਹਨ। ਬੁੱਧੂ ਸ਼ੀਂਬਾ ਗੁਰ ਦਰਬਾਰਾ, ਭਾਈ ਬੁੱਧੂ ਇਹ ਸ਼ੀਂਬਿਆਂ ਵਿੱਚੋਂ ਸਨ ਤੇ ਗੁਰੂ ਦੇ ਦਰਬਾਰ ਦੇ ਵਿੱਚ ਵਸਤਰ ਇਤਿਆਦਿਕ ਧੋਣ ਦਾ ਇਹ ਕੰਮ ਕਰਦੇ ਸਨ, ਸੇਵਾ ਕਰਦੇ ਸਨ। ਸੋ ਇਹ ਵੀ ਸਤਿਗੁਰੂ ਦੇ ਪਿਆਰੇ ਸਿੱਖ ਸਿੱਖੀ ਨੂੰ ਕਮਾ ਕੇ ਸਫਲ ਹੋਏ ਹੈ। ਸੁਲਤਾਨੇਪੁਰ ਭਗਤ ਭੰਡਾਰਾ, ਪਾਠ ਸੁਲਤਾਨ ਵੀ ਆਉਂਦਾ ਹੈ। ਸੁਲਤਾਨੇਪੁਰ ਭਗਤ ਭੰਡਾਰਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੁਲਤਾਨਪੁਰ ਦੇ ਜਿਹੜੇ ਸਿੱਖ ਹਨ, ਇਹ ਇਸ ਤਰ੍ਹਾਂ ਤੁਸੀਂ ਸਮਝੋ ਵੀ ਇਹ ਭਗਤਾਂ ਦਾ, ਗੁਰਸਿੱਖਾਂ ਦਾ ਭੰਡਾਰ ਸੀ। ਸੁਲਤਾਨਪੁਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਤੋਂ ਸਿੱਖੀ ਪ੍ਰਫੁੱਲਤ ਹੋਈ ਤੇ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਮੋਦੀ ਦੀ ਕਾਰ ਕੀਤੀ। ਇੱਥੇ ਅਨੇਕਾਂ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ। ਸੋ ਉਦੋਂ ਤੋਂ ਅੱਜ ਤੱਕ ਬਹੁਤੇ ਗੁਰਸਿੱਖ ਹਨ ਇਸ ਸੁਲਤਾਨਪੁਰ ਨਗਰ ਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੁਲਤਾਨੇਪੁਰ ਭਗਤ ਭੰਡਾਰਾ, ਇਹ ਜਿਹੜਾ ਸੁਲਤਾਨਪੁਰ ਨਗਰ ਹੈ ਇਹ ਸਤਿਗੁਰੂ ਦੇ ਭਗਤਾਂ ਦਾ, ਗੁਰਸਿੱਖਾਂ ਦਾ ਭੰਡਾਰ ਹੈ। ਹੁਣ ਇਸ ਤੋਂ ਅੱਗੇ 22ਵੀਂ ਪੌੜੀ ਜੋ ਹੈ ਇਸ ਵਾਰ ਦੀ, ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਮਸੰਦ ਸਿੱਖਾਂ ਦਾ ਜ਼ਿਕਰ ਕੀਤਾ ਹੈ।
ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਮਸੰਦ ਸਿੱਖਾਂ ਦੇ ਨਾਮ ਵੀ ਦੱਸੋ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਸਿੱਖ ਜਿਹੜੇ ਗੁਰੂ ਸਾਹਿਬ ਜੀ ਦੀ ਗੁਰੂ ਘਰ ਦੀ ਕਾਰ ਭੇਟਾ ਇਕੱਤਰ ਕਰਕੇ ਵੱਖ-ਵੱਖ ਇਲਾਕਿਆਂ ਤੋਂ ਗੁਰਸਿੱਖਾਂ ਤੋਂ ਲੈ ਕੇ ਆਉਂਦੇ ਸੀ ਅਤੇ ਗੁਰੂ ਘਰ ਦੇ ਵਿੱਚ ਪਹੁੰਚਾਇਆ ਕਰਦੇ ਸੀ। ਸੋ ਉਹਨਾਂ ਮਸੰਦ ਸਿੱਖਾਂ ਦੇ ਨਾਵਾਂ ਦਾ ਭਾਈ ਗੁਰਦਾਸ ਜੀ ਨੇ 22ਵੀਂ ਪੌੜੀ ਵਿੱਚ ਜ਼ਿਕਰ ਕੀਤਾ ਹੈ। ਦੀਪਕ ਦੀਪਾ ਕਾਸਰਾ, ਗੁਰੂ ਦੁਆਰੈ ਹੁਕਮੀ ਬੰਦਾ। ਗੁਰੂ ਘਰ ਦੇ ਵਿੱਚ ਦੀਪਕ ਸਿੱਖ ਹੋਇਆ ਜੋ ਦੀਵੇ ਵਾਂਗ ਚਾਨਣ ਦਿੰਦਾ ਸੀ। ਭਾਈ ਦੀਪਾ, ਦੀਪਕ ਦੀਪਾ ਕਾਸਰਾ। ਭਾਈ ਦੀਪਾ ਇਹ ਕਾਸਰਾ ਇੱਕ ਖੱਤਰੀ ਗੋਤ ਹੈ। ਇਹ ਮਹਾਰਾਜ ਗੁਰੂ ਘਰ ਦੇ ਮਸੰਦ ਸਨ। ਗੁਰੂ ਦੁਆਰੇ ਹੁਕਮੀ ਬੰਦਾ, ਗੁਰੂ ਦੇ ਦਰ ਦੇ ਦਰਬਾਨ 'ਚ ਹੀ ਰਹਿਣ ਵਾਲੇ, ਗੁਰੂ ਦੇ ਹੁਕਮ ਵਿੱਚ ਰਹਿਣ ਵਾਲੇ ਇਹ ਹੁਕਮੀ ਬੰਦਾ, ਗੁਰੂ ਦੇ ਹੁਕਮੀ ਬੰਦੇ ਸਨ। ਸਤਿਗੁਰੂ ਦੇ ਹੁਕਮ ਵਿੱਚ ਰਹਿੰਦੇ ਸੀ। ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣਾ, ਹਰ ਵੇਲੇ ਗੁਰੂ ਦੇ ਹੁਕਮ ਨੂੰ ਮੰਨਣ ਦੇ ਵਿੱਚ ਤਤਪਰ ਰਹਿੰਦੇ ਸੀ। ਕਦੇ ਢਲਿਆਈ ਨਹੀਂ ਸੀ ਕਰਦੇ। ਜੋ ਸਤਿਗੁਰੂ ਨੇ ਹੁਕਮ ਦੇਣਾ ਉਸ ਨੂੰ ਮੰਨਣਾ। ਦੀਪਕ ਦੀਪਾ ਕਾਸਰਾ, ਭਾਈ ਦੀਪਾ ਕਾਸਰਾ ਦੀਵੇ ਵਾਂਗ ਪ੍ਰਕਾਸ਼ ਕਰਨ ਵਾਲੇ, ਦੀਵਾ ਚਾਨਣ ਦਿੰਦਾ ਹੈ। ਇਸ ਤਰ੍ਹਾਂ ਗਿਆਨ ਦਾ ਚਾਨਣ ਵੰਡਣ ਵਾਲੇ ਇਹ ਮਸੰਦ ਹੋਏ ਆ ਗੁਰੂ ਦੇ ਦਰ ਦੇ। ਪੱਟੀ ਅੰਦਰ ਚੌਧਰੀ, ਢਿੱਲੋਂ ਲਾਲ ਲੰਗਾ ਹੋ ਸੁਹੰਦਾ। ਪੱਟੀ ਇਹ ਬੜਾ ਪੁਰਾਣਾ ਨਗਰ ਹੈ ਔਰ ਇੱਥੇ ਬਹੁਤ ਗੁਰਸਿੱਖ ਵੀ ਹੋਏ ਹੈ। ਸਾਡਾ ਇਤਿਹਾਸ ਵੀ ਬਹੁਤਾ ਇਸ ਦੇ ਨਗਰ ਦੇ ਨਾਲ ਜੁੜਿਆ ਹੋਇਆ, ਭਾਵੇਂ ਉਹ 18ਵੀਂ ਸਦੀ ਦਾ ਹੋਵੇ, ਭਾਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਤੋਂ ਹੋਵੇ। ਪੱਟੀ ਅੰਦਰ ਚੌਧਰੀ, ਢਿੱਲੋਂ ਲਾਲ ਲੰਗਾ ਹੋ ਸੁਹੰਦਾ। ਭਾਈ ਗੁਰਦਾਸ ਜੀ ਕਹਿੰਦੇ ਪੱਟੀ ਵਿੱਚ ਮਸੰਦ ਭਾਈ ਲਾਲ, ਇਹ ਚੌਧਰੀ ਸੀ ਉੱਥੋਂ ਦੇ ਪੱਟੀ ਦੇ, ਔਰ ਇਸੇ ਤਰ੍ਹਾਂ ਭਾਈ ਲੰਗਾ ਇਹ ਢਿੱਲੋਂ ਗੋਤ ਦੇ ਸਨ ਅਤੇ ਸਤਿਗੁਰੂ ਜੀ ਦੇ ਪਿਆਰੇ ਸਿੱਖ ਸ਼ੋਭਾ ਵਾਲੇ ਇਹ ਹੋਏ ਹੈ। ਭਾਈ ਲੰਗਾ ਜੀ ਇਹਨਾਂ ਦੇ ਹੀ ਅੱਗੇ ਕੁਲ ਦੇ ਵਿੱਚੋਂ ਮਾਤਾ ਭਾਗ ਕੌਰ ਜੀ ਹੋਏ ਹੈ, ਜਿਨ੍ਹਾਂ ਨੂੰ ਅਸੀਂ ਮਾਈ ਭਾਗੋ ਕਹਿੰਦੇ ਹਾਂ, ਜੋ ਮੁਕਤਸਰ ਸਾਹਿਬ ਦੇ ਜੰਗ ਦੇ ਵਿੱਚ ਜੂਝੇ ਹੈ। ਮਾਤਾ ਭਾਗ ਕੌਰ ਨੇ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਹੇ, ਬਹੁਤ ਜ਼ਖਮੀ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੰਭਾਲ ਕਰਵਾਈ ਅਤੇ ਫਿਰ ਮਾਤਾ ਭਾਗੋ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੀ ਧਰਤੀ ਤੱਕ ਸਤਿਗੁਰੂ ਦੇ ਨਾਲ ਗਏ ਹੈ। ਮਹਾਰਾਜ ਦੀ ਸੇਵਾ ਵਿੱਚ ਰਹਿੰਦੇ ਸੀ ਅਤੇ ਬਹੁਤ ਬੰਦਗੀ ਸਿਮਰਨ ਕਰਿਆ ਕਰਦੇ ਸਨ। ਉਹ ਇਹਨਾਂ ਦੀ ਹੀ ਕੁਲ ਦੇ ਵਿੱਚੋਂ ਹੋਏ ਹੈ। ਭਾਈ ਲੰਗਾ ਇਹਨਾਂ ਦੇ ਨੇੜੇ ਦੇ ਭਰਾ ਨੇ ਪੇਰੋ ਸ਼ਾਹ, ਭਾਈ ਪੇਰੋ ਸ਼ਾਹ ਉਹਨਾਂ ਦੇ ਦਾਦਾ ਜੀ ਲੱਗਦੇ ਸਨ ਮਾਤਾ ਭਾਗ ਕੌਰ ਜੀ ਦੇ। ਉਹਨਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ। ਪੱਟੀ ਅੰਦਰ ਚੌਧਰੀ, ਢਿੱਲੋਂ ਲਾਲ ਲੰਗਾ ਹੋ ਸੁਹੰਦਾ। ਪੱਟੀ ਦੇ ਵਿੱਚ ਇਹ ਚੌਧਰੀ ਸੀ ਭਾਈ ਲਾਲ ਅਤੇ ਭਾਈ ਲੰਗਾ ਸ਼ੋਭਨੀਕ, ਇਹ ਢਿੱਲੋਂ ਗੋਤ ਦੇ ਹੋਏ। ਅਜਬ ਅਜਾਇਬ ਸੰਗਿਆ, ਉਮਰ ਸ਼ਾਹ ਗੁਰ ਸੇਵ ਕਰੰਦਾ। ਭਾਈ ਅਜਬ, ਭਾਈ ਅਜਾਇਬ ਅਤੇ ਭਾਈ ਉਮਰ ਸ਼ਾਹ ਇਹ ਸੰਘੇ ਜਾਤ ਦੇ ਸਨ। ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਗੁਰਸਿੱਖ ਸੇਵਕ ਮਸੰਦ ਸਨ। ਇਹ ਸਾਰੇ ਇਸ ਪੌੜੀ ਦੇ ਵਿੱਚ ਮਸੰਦਾਂ ਦੇ ਨਾਵਾਂ ਦਾ ਹੀ ਜ਼ਿਕਰ ਹੈ। ਮਸੰਦ ਤੋਂ ਭਾਵ ਹੁੰਦਾ ਮਸ਼ਨਦ 'ਤੇ ਉੱਤੇ ਥਾਂ 'ਤੇ ਬੈਠਣ ਵਾਲਾ ਆਗੂ। ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਥਾਪੇ ਸੀ, ਜੋ ਆਗੂ ਬਣ ਕੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਸੀ ਅਤੇ ਸੰਗਤ ਤੋਂ ਜਿੰਨੀ ਵੀ ਕਾਰ ਭੇਟਾ ਇਕੱਤਰ ਹੁੰਦੀ ਸੀ, ਕੋਈ ਬਸਤਰ ਦਿੰਦਾ ਸੀ, ਕੋਈ ਅਨਾਜ ਦਿੰਦਾ ਸੀ, ਕੋਈ ਮਾਇਆ ਦਿੰਦਾ ਸੀ। ਕਈ ਐਸੇ ਸਿੱਖ ਸਨ ਸੋਨਾ ਚਾਂਦੀ ਹੀਰੇ ਜ਼ਵਾਹਰਾਤ ਦਿੰਦੇ ਸਨ। ਉਹ ਜਿੰਨੀ ਸੇਵਾ ਹੁੰਦੀ ਸੀ ਸਾਰੀ ਲਿਆ ਕੇ
ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਹਾਜ਼ਰ ਕਰਿਆ ਕਰਦੇ ਸਨ। 10ਵੇਂ ਪਾਤਸ਼ਾਹ ਮਹਾਰਾਜ ਵੇਲੇ ਤੱਕ ਫਿਰ ਜਦੋਂ ਕਈ ਮਸੰਦ ਆਚਰਨ ਤੋਂ ਡਿੱਗ ਗਏ, ਸੰਗਤਾਂ ਦੇ ਪੈਸੇ ਜੋ ਕਾਰ ਭੇਟਾ ਹੁੰਦੀ ਸੀ ਉਹ ਆਪਣੇ ਹਿੱਤਾਂ ਵਾਸਤੇ ਆਪਣੇ ਲਈ ਵਰਤਣ ਲੱਗ ਪਏ। ਸੰਗਤਾਂ ਨੂੰ ਸਹੀ ਸ਼ਬਦਾਂ ਦੇ ਨਾਲ ਸੰਬੋਧਨ ਨਹੀਂ ਸੀ ਕਰਦੇ। ਕਈ ਵਾਰਾਂ ਗੁਰਸਿੱਖਾਂ ਨੂੰ ਗਾਲਾਂ ਵੀ ਕੱਢਣੀਆਂ। ਤੋਂ ਇਹ ਸ਼ਿਕਾਇਤਾਂ ਜਦੋਂ ਕਲਗੀਧਰ ਮਹਾਰਾਜ ਤੱਕ ਪੁੱਜੀਆਂ, ਫਿਰ ਜਿਹੜੇ ਐਸੇ ਮਸੰਦ ਸੀ ਉਹਨਾਂ ਨੂੰ ਸਜ਼ਾਵਾਂ ਵੀ ਮਹਾਰਾਜ ਕਲਗੀਧਰ ਜੀ ਨੇ ਦਿੱਤੀਆਂ ਔਰ ਫਿਰ ਮਸੰਦ ਪ੍ਰਥਾ ਸਤਿਗੁਰੂ ਨੇ ਖਤਮ ਕਰ ਦਿੱਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਪਰ ਸਾਰੇ ਮਸੰਦ ਨਹੀਂ ਮਾੜੇ ਸਨ। ਉਹਦੇ ਵਿੱਚੋਂ ਭਾਈ ਫੇਰੂ ਵਰਗੇ, ਜਿਨ੍ਹਾਂ ਨੂੰ ਕਲਗੀਧਰ ਮਹਾਰਾਜ ਆਪ ਆਪਣੀ ਗਲਵਕੜੀ ਵਿੱਚ ਲੈਂਦੇ ਹੈ ਔਰ ਭਾਈ ਫੇਰੂ ਨੂੰ ਸੁੱਚੀ ਦਾੜੀ ਦਾ ਖਿਤਾਬ ਬਖਸ਼ਦੇ ਹੈ, ਐਸੇ ਸਿੱਖ ਵੀ ਸਨ। ਸਾਰੇ ਮਸੰਦ ਨਹੀਂ ਸੀ ਮਾੜੇ, ਹਾਂ ਬੰਦੇ ਵਿੱਚੋਂ ਮਾੜੇ ਹੋ ਜਾਂਦੇ ਹੈ। ਸੋ ਇਸ ਲਈ ਸਾਰੇ ਮਸੰਦਾਂ ਨੂੰ ਆਪਾਂ ਨਹੀਂ ਕਹਿ ਸਕਦੇ। ਪਰ ਜਿਸ ਵੇਲੇ ਦਾ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹੈ, ਉਦੋਂ ਇਹ ਮਸੰਦ ਬਹੁਤ ਉੱਚੇ ਜੀਵਨ ਵਾਲੇ ਸੀ। ਇਹ ਸਾਰੇ ਜਿਨ੍ਹਾਂ ਦਾ ਜ਼ਿਕਰ ਹੈ ਬੜੀ ਕਰਨੀ ਵਾਲੇ ਹੋਏ ਹੈ। ਭਾਈ ਅਜਬ, ਭਾਈ ਅਜਾਇਬ, ਭਾਈ ਉਮਰ ਸ਼ਾਹ, ਇਹ ਮਸੰਦ ਸੰਘੇ ਜਾਤ ਦੇ ਸਤਿਗੁਰੂ ਦੀ ਸੇਵਾ ਕਰਨ ਵਾਲੇ ਸਨ। ਪੈੜਾ ਛੱਜਲ ਜਾਣੀਐ, ਕੰਦੂ ਸੰਗਰ ਮਿਲੈ ਹਸੰਦਾ। ਭਾਈ ਪੈੜਾ ਇਹ ਛੱਜਲ ਜਾਤ ਦੇ ਪ੍ਰਸਿੱਧ ਸਨ, ਮਸੰਦ ਸੀ। ਕੰਦੂ ਸੰਗਰ ਮਿਲੈ ਹਸੰਦਾ, ਭਾਈ ਕੰਦੂ ਇਹ ਸੰਗਰ ਜਾਤੀ ਦੇ ਸਨ ਅਤੇ ਸਾਰਿਆਂ ਗੁਰਸਿੱਖਾਂ ਨੂੰ ਹੱਸ ਕੇ ਮਿਲਣਾ, ਖੁਸ਼ ਹੋ ਕੇ, ਬੜੀ ਪ੍ਰਸੰਨਤਾ ਦੇ ਨਾਲ ਮਿਲਣਾ। ਕਿਉਂਕਿ ਮਿਲਾਪ ਦੇ ਨਾਲ ਹੀ ਪਤਾ ਲੱਗ ਜਾਂਦਾ ਵੀ ਬੰਦਾ ਪ੍ਰਸੰਨ ਚਿੱਤ ਹੈ, ਤੁਹਾਨੂੰ ਮਿਲ ਕੇ ਖੁਸ਼ ਹੈ। ਤਾਂ ਇਹ ਜਦੋਂ ਗੁਰਸਿੱਖਾਂ ਨੂੰ ਮਿਲਦੇ ਸੀ ਨਾ, ਬੜੇ ਖੁਸ਼ ਹੁੰਦੇ ਸੀ। ਪੁੱਤ ਸਪੁੱਤ ਕਪੂਰ ਦਿਓ, ਸਿੱਖੈ ਮਿਲਿਆ ਮਨ ਵਿਗਸੰਦਾ। ਇਸੇ ਤਰ੍ਹਾਂ ਭਾਈ ਕਪੂਰ ਅਤੇ ਉਹਦਾ ਪੁੱਤਰ ਇਹ ਸਤਿਗੁਰੂ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਸਨ ਅਤੇ ਮਹਾਰਾਜ ਦੇ ਪਿਆਰੇ ਸਿੱਖਾਂ ਨੂੰ ਬਹੁਤ ਹੀ ਖੁਸ਼ ਹੋ ਕਰਕੇ ਮਿਲਿਆ ਕਰਦੇ ਸਨ। ਸਿੱਖੈ ਮਿਲਿਆ ਮਨ ਵਿਗਸੰਦਾ। ਜਦੋਂ ਵੀ ਇਹਨਾਂ ਨੇ ਗੁਰਸਿੱਖਾਂ ਨੂੰ ਮਿਲਣਾ, ਗੁਰਸਿੱਖਾਂ ਦਾ ਜਥਾ ਆਉਣਾ ਸਤਿਗੁਰੂ ਦੇ ਦਰਬਾਰ ਦੇ ਵਿੱਚ, ਇਹਨਾਂ ਖੁਸ਼ ਹੋ ਜਾਇਆ ਕਰਨਾ ਵੀ ਸਾਨੂੰ ਹੁਣ ਸੇਵਾ ਦਾ ਮੌਕਾ ਮਿਲਿਆ, ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਵਾਂਗੇ, ਲੰਗਰ ਤਿਆਰ ਕਰਕੇ ਇਸੇ ਤਰ੍ਹਾਂ ਗੁਰਸਿੱਖਾਂ ਦੇ ਜੋੜੇ ਝਾੜਾਂਗੇ। ਤੋ ਚਾਅ ਹੁੰਦਾ ਸੀ ਭਾਈ ਕਪੂਰ ਅਤੇ ਇਹਦੇ ਪੁੱਤਰ ਦੇ ਮਨ ਵਿੱਚ। ਸਿੱਖਾਂ ਨੂੰ ਮਿਲ ਕੇ ਖੁਸ਼ ਹੁੰਦੇ ਸਨ। ਸੰਮਣ ਹੈ ਸ਼ਾਹਬਾਜਪੁਰ, ਗੁਰਸਿੱਖਾਂ ਦੀ ਸਾਰ ਲਹੰਦਾ। ਭਾਈ ਸੰਮਣ ਇਹ ਸ਼ਾਹਬਾਜਪੁਰ ਦੇ ਰਹਿਣ ਵਾਲੇ ਸਨ, ਗੁਰੂ ਘਰ ਦੇ ਮਸੰਦ ਹੋਏ ਹੈ। ਗੁਰਸਿੱਖਾਂ ਦੀ ਸਾਰ ਲਹੰਦਾ, ਜੋ ਗੁਰਸਿੱਖਾਂ ਦੀ ਖਬਰ ਸਾਰ ਲੈਂਦੇ ਸੀ। ਹਰ ਵੇਲੇ ਗੁਰਸਿੱਖਾਂ ਦੀ ਖਬਰ ਲੈਣੀ। ਕੋਈ ਸੰਗਤ ਵਿੱਚ ਆਇਆ, ਕਿਸੇ ਨੂੰ ਕੋਈ ਰੋਗ ਤਾਂ ਨਹੀਂ, ਕਿਸੇ ਨੂੰ ਕੋਈ ਦੁੱਖ ਹੋਵੇ ਉਹ ਪੁੱਛਣਾ, ਕਿਸੇ ਨੂੰ ਲੋੜ ਪੁੱਛਣੀ, ਭਾਈ ਵਸਤਰ ਹੈਨ, ਇਸ਼ਨਾਨ ਵਾਸਤੇ ਜਲ ਦਾ ਪ੍ਰਬੰਧ ਕਰਨਾ। ਸੋ ਇਤਿਆਦਿਕ ਸਾਰੀ ਖਬਰ ਸਾਰ ਭਾਈ ਸੰਮਣ ਸ਼ਾਹਬਾਜਪੁਰ ਦੇ ਇਹ ਸੰਗਤ ਦੀ ਖਬਰ ਸਾਰ ਲੈਂਦੇ ਸਨ। ਜੋ ਦਾ ਜੱਲੋ ਤੁਲਸਪੁਰ, ਮੋਹਣ ਆਲਮ ਗੰਜ ਰਹੰਦਾ। ਭਾਈ ਜੋਧਾ ਜੀ ਇਹ ਤੁਲਸਪੁਰ ਦੇ ਸਨ। ਭਾਈ ਜੋਧਾ ਅਤੇ ਭਾਈ ਜੱਲੋ ਇਹ ਦੋਵੇਂ ਤੁਲਸਪੁਰ ਦੇ ਮਸੰਦ ਸਨ। ਮੋਹਣ ਆਲਮਗੰਜ ਰਹੰਦਾ ਅਤੇ ਭਾਈ ਮੋਹਣ ਮਸੰਦ ਇਹ ਆਲਮਗੰਜ ਰਹਿੰਦੇ ਸਨ। ਉੱਥੋਂ ਦੀ ਕਾਰ ਭੇਟਾ ਜੋ ਵੀ ਸੇਵਾ ਇਕੱਤਰ ਹੋਣੀ, ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚਦੀ ਕਰਨੀ। ਗੁਰਮੁਖ ਵੱਡਿਆ ਵੱਡੇ ਮਸੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਵੱਡੇ ਵੱਡੇ ਜਿਹੜੇ ਮਸੰਦ ਹਨ, ਇਹ ਆਪ ਵੱਡੇ ਗੁਰਮੁਖ ਹੋਏ ਹੈ ਅਤੇ ਅਨੇਕਾਂ ਹੀ ਗੁਰਸਿੱਖਾਂ ਨੂੰ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਦਾ ਸਿਧਾਂਤ ਸਮਝਾਇਆ। ਇਸ 22ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ 13 ਮਸੰਦਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਇਹਨਾਂ ਸਾਰੇ ਮਸੰਦਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਵਾਰ ਪੁੱਛਿਆ ਸੀ ਵੀ ਤੁਸੀਂ ਸਾਨੂੰ ਸੱਚੋ ਸੱਚ ਇਹ ਗੱਲ ਦੱਸੋ
ਕਿ ਜੋ ਗੁਰੂ ਘਰ ਲਈ ਕਾਰ ਭੇਟਾ ਆਉਂਦੀ ਹੈ, ਜੋ ਵੀ ਸੰਗਤਾਂ ਮਾਇਆ ਵਸਤਰ ਇਤਿਆਦਿਕ ਜੋ ਕੁਝ ਵੀ ਦਿੰਦੀਆਂ ਹਨ, ਤੁਸੀਂ ਕਿਸ ਰੂਪ ਦੇ ਵਿੱਚ ਇਸ ਨੂੰ ਜਾਣਦੇ ਹੋ। ਤਾਂ ਇਹਨਾਂ ਸਾਰੇ ਮਸੰਦਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੋ ਵੀ ਆਪ ਜੀ ਦੇ ਸ਼ਰਧਾਲੂ ਸਿੱਖ ਗੁਰੂ ਕੀ ਗੋਲਕ ਲਈ ਇੱਕ ਕੌਡੀ ਵੀ ਦਿੰਦੇ ਹੈ, ਉਹਨੂੰ ਅਸੀਂ ਆਪਣੇ ਖਰਚਣ ਵਾਸਤੇ ਜ਼ਹਿਰ ਰੂਪ ਜਾਣਦੇ ਹਾਂ, ਕਿ ਅਸੀਂ ਉਹ ਆਪ ਨਹੀਂ ਖਰਚਣੀ, ਉਹ ਗੁਰੂ ਘਰ ਦੀ ਗੋਲਕ ਵਾਸਤੇ ਆਈ ਹੈ। ਅਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸੁਭਾਵਕ ਬਚਨ ਕੀਤਾ ਸੀ, ਤੁਸੀਂ ਗੁਰਮੁਖ ਸਿੱਖ ਹੋ ਅਤੇ ਤੁਹਾਡਾ ਪਾਰ ਉਤਾਰਾ ਹੋਵੇਗਾ। ਸੋ ਐਸੇ ਇਹ ਮਸੰਦ ਗੁਰਮੁਖ ਸਿੱਖ ਹੋਏ ਹੈ, ਜਿਨ੍ਹਾਂ ਨੇ ਸਿੱਖੀ ਕਮਾਈ, ਗੁਰੂ ਘਰ ਦੀ ਅਥਾਹ ਸੇਵਾ ਕੀਤੀ ਅਤੇ ਆਪਣੇ ਜੀਵਨ ਨੂੰ ਸਫਲਾਇਆ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਖਾਸ ਕਰਕੇ ਇਸ 11ਵੀਂ ਵਾਰ ਦੇ ਵਿੱਚ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਸੋ ਇਹ ਬਹੁਤ ਵੱਡਾ ਇਤਿਹਾਸ ਹੈ ਸਾਡਾ, ਕਿਉਂਕਿ ਕਈਆਂ ਨੂੰ ਐਸਾ ਵੀ ਲੱਗੇਗਾ ਵੀ ਨਾਂ ਹੀ ਆਈ ਜਾਂਦੇ, ਗੁਰਸਿੱਖਾਂ ਦੇ ਨਾਂ ਹੀ ਆਈ ਜਾਂਦੇ ਹੈ। ਸੋ ਇਹ ਬਹੁਤ ਵੱਡਾ ਇਤਿਹਾਸ ਅਤੇ ਬਹੁਤ ਵੱਡੀ ਵਿਰਾਸਤ ਹੈ ਜੋ ਭਾਈ ਗੁਰਦਾਸ ਸਾਹਿਬ ਜੀ ਨੇ 11ਵੀਂ ਵਾਰ ਦੇ ਵਿੱਚ ਸਾਡੇ ਸਨਮੁਖ ਲਿਖ ਕਰਕੇ ਸਾਨੂੰ ਦਿੱਤੀ ਹੈ। ਸੋ ਇਹ ਸਾਰੇ ਬੜੇ ਪਿਆਰੇ ਸਿੱਖ ਸਨ। ਸਤਿਗੁਰੂ ਮਿਹਰਾਮਤ ਕਰਨ, ਇਹਨਾਂ ਸਿੱਖਾਂ ਵਰਗਾ ਜੀਵਨ ਸਾਡਾ ਵੀ ਬਣੇ ਅਤੇ ਅਸੀਂ ਵੀ ਸਤਿਗੁਰੂ ਦੀਆਂ ਖੁਸ਼ੀਆਂ ਲੈ ਕੇ ਸੰਸਾਰ ਭੌਜਲ ਤੋਂ ਤਰ ਸਕੀਏ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਜੋਦਾ ਜੱਲੋ ਤੁਲਸਪੁਰ ਮੋਹਨ ਆਲਮ ਗੰਜ ਰਹੰਦਾ, ਗੁਰਮੁਖ ਵੱਡਿਆ ਵੱਡੇ ਮਸੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ